हाँ जी, ਵੈਲਕਮ ਜੀ ਆਪ ਸਭ ਦਾ ਪੰਜਾਬੀ ਐਮੀਚੀ ਚੈਨਲ ਦੇ ਉੱਤੇ ਸਭ ਵੀਰਾਂ ਭੈਣਾਂ ਦਾ ਬਜ਼ੁਰਗਾਂ ਦਾ ਬਹੁਤ-ਬਹੁਤ ਸਵਾਗਤ ਆ ਜੀ। ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਵਾਸਤੇ ਨਵੀਆਂ ਅਪਡੇਟਸ ਤੇ ਲੈ ਕੇ ਹਾਜ਼ਰ ਹਾਂ ਵੀਰੋ 9 ਤਰੀਕ ਦੀਆਂ ਨਵੀਆਂ ਖਬਰਾਂ। ਸੋ ਦੱਸਾਂਗੇ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਆਂ ਇਟਲੀ ਦੀਆਂ ਟੋਟਲ ਅਪਡੇਟਸ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਦੇਖ ਲਿਓ ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਇੱਕ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਮਿਲ ਜਾਵੇ। ਸੋ ਸਟਾਰਟ ਕਰਦੇ ਹਾਂ ਜੀ ਆਪਾਂ ਅਪਡੇਟ ਤੇ ਖਬਰਾਂ ਕਾਫੀ ਆਪਣੀ ਵੀਡੀਓ ਨੂੰ ਪੂਰੀ ਦੇਖ ਲਿਓ। ਸਭ ਤੋਂ ਪਹਿਲਾਂ ਗੱਲ ਕਰੀਏ ਜੀ ਫਿਰੇਂਸੇ ਦੀ। ਫਿਰੇਂਸੇ ਦੇ ਵਿੱਚ ਜਿਹੜੀ ਹੈ ਜੀ ਇੱਕ ਮਲਟੀਨੈਸ਼ਨਲ ਜਿਹੜੀ ਕੰਪਨੀ ਆ GKN ਤੇ ਇਹ ਇੱਕ ਜਿਹੜੀ ਹੈ ਜੀ ਕਾਫੀ ਵੱਡੀ ਜਿਹੜੀ ਆ ਮਲਟੀਨੈਸ਼ਨਲ ਕੰਪਨੀ ਆ ਤੇ ਕਾਫੀ ਕੰਟਰੀਆਂ ਦੇ ਵਿੱਚ ਜਿਹੜਾ ਬਿਜ਼ਨਸ ਵਗੈਰਾ ਚੱਲਦਾ ਸੀਗਾ। ਤੇ ਇਸ ਜਿਹੜੀ ਕੰਪਨੀ ਜਿਹੜੀ ਹੈ ਜੀ ਇਹਦੇ ਵਿੱਚ ਤਕਰੀਬਨ 450 ਜਿਹੜਾ ਡਿਪੈਂਡੈਂਟੀ ਕੰਮ ਕਰਦਾ ਸੀ ਕਿ ਬੰਦਾ ਅੰਦਰ ਇਹਦੇ ਕੰਮ ਕਰਨ ਡਿਆ ਸੀਗਾ। ਤੇ ਇਸ ਕੰਪਨੀ ਵੱਲੋਂ ਜਿਹੜੀ ਹੈ ਜੀ ਅੱਜ ਸਵੇਰੇ ਜਿਹੜੀ ਹੈ ਲੋਕਾਂ ਨੂੰ ਜਿਹੜੀ ਇੱਕ ਮੇਲ ਆਈ ਆ ਆਪਣੇ ਈਮੇਲ ਦੇ ਉੱਤੇ ਮੇਲ ਆਈ ਹੈ ਜਿਹਦੇ ਵਿੱਚ ਉਹਨਾਂ ਦੀ ਲਾਇਸੈਂਸ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਆ। ਯਾਨੀ ਕਿ ਜਿਹੜੇ ਲੋਕ ਸੀਗੇ ਜੀ ਆਪਣੇ ਘਰੇ ਆਰਾਮ ਨਾਲ ਗਏ ਆ ਤੇ ਲੋਕਾਂ ਨੂੰ ਕਿਸੇ ਨੂੰ ਵੀ ਕੋਈ ਇਹ ਉਮੀਦ ਨਹੀਂ ਸੀਗੀ ਭਈ ਇੱਦਾਂ ਸਾਡੇ ਨਾਲ ਜਿਹੜਾ ਹੋ ਜਾਊਗਾ ਇੱਕ ਦਿਨ ਦੇ ਵਿੱਚ। ਤਸਵੀਰ ਨੂੰ ਉਹਨੂੰ ਇੱਕ ਮੇਲ ਮਿਲੀ ਜਿਹਦੇ ਵਿੱਚ ਉਹਨੂੰ ਲਿਖਿਆ ਮਿਲਿਆ ਵੀ ਤੁਸੀਂ ਜਿਹੜੇ ਆ ਜੀ ਤੁਹਾਡਾ ਆਪਣਾ ਕੰਮ ਜਿਹੜਾ ਰੈਨੂ ਲਾਇਸੈਂਸ ਤੁਹਾਡੀ ਹੋ ਰਹੀ ਹੈ ਕਿਉਂਕਿ ਜਿਹੜੇ ਬਲੋਕੋ ਲਾਇਸੈਂਸ ਜਿਹੜਾ ਜੀ ਖਤਮ ਹੋ ਚੁੱਕਾ ਆ ਹੁਣ ਤੁਹਾਨੂੰ ਪਤਾ ਆ। ਤੇ ਹੁਣ ਜਿਹੜੀਆਂ ਕੰਪਨੀਜ਼ ਆ ਆਪਣੇ ਵਰਕ ਜਿਹੜੇ ਕੱਢਣੇ ਸਟਾਰਟ ਕਰ ਦਿੱਤੇ ਆ। ਪਹਿਲਾਂ ਸਰਕਾਰ ਵੱਲੋਂ ਜਿਹੜੀ ਹੈਲਪ ਦੇ ਰਹੀ ਸੀਗੀ ਸਰਕਾਰ ਕੰਪਨੀਆਂ ਨੂੰ ਤੇ ਬਲੋਕੋ ਲੱਗਾ ਸੀਗਾ ਤੁਸੀਂ ਕਿਸੇ ਵੀ ਬੰਦੇ ਨੂੰ ਕੱਢ ਨਹੀਂ ਸਕਦੇ। ਹੁਣ ਜਿਹੜੀ ਕ੍ਰੀਜ਼ੀ ਜਿਹੜੀ ਸਟਾਰਟ ਹੋਈ ਆ ਜਿਹਦੇ ਵਿੱਚ ਕੰਪਨੀਆਂ ਬੰਦ ਹੋ ਰਹੀਆਂ ਤੇ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਜੀ ਇੱਕ ਟਾਇਰਾਂ ਵਾਲੀ ਕੰਪਨੀ ਸੀਗੀ ਜਿਹਦੇ ਵਿੱਚ 150 ਇੰਪਲੋਈ ਉਹਨਾਂ ਨੇ ਬਾਹਰ ਕੱਢੇ ਆਪਣੇ ਲਾਇਸੈਂਸ ਉਹਨਾਂ ਦੀ ਕੀਤੀ ਹੈ ਤੇ ਅੱਜ ਜਿਹੜਾ 450 ਜਿਹੜਾ ਬੰਦਾ ਹੈ ਇਟਲੀ ਦੇ ਵਿੱਚ ਇਹਨਾਂ ਨੂੰ ਜਿਹੜੀ ਆਪਣੇ ਕੰਮ ਤੋਂ ਜਿਹੜੀ ਹੈ ਕੰਮ ਗਵਾਉਣਾ ਪਿਆ ਆ। ਤੇ ਜਿਹੜੇ ਉੱਥੇ ਦੇ ਵੀਰੋ ਵਰਕਰ ਆ ਵਰਕਰ ਕਾਫੀ ਜ਼ਿਆਦਾ ਨਾਰਾਜ਼ ਹੈ। ਵਰਕਰ ਕਹਿ ਰਿਹਾ ਵੀ ਇੱਦਾਂ ਆਨਲਾਈਨ ਸਾਨੂੰ ਜਿਹੜੀ ਇਹਨਾਂ ਨੇ ਲਾਇਸੈਂਸ ਤੋਂ ਸਾਡੀ ਕੀਤੀ ਹੈ ਜੇ ਸਾਡੀ ਲਾਇਸੈਂਸ ਤੋਂ ਕਰਨੀ ਹੈ ਤੇ ਸਾਡੇ ਸਾਹਮਣੇ ਆ ਕੇ ਸਾਡੀ ਲਾਇਸੈਂਸ ਤੋਂ ਕਰੋ ਆਪਸ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਫਿਰ ਲਾਇਸੈਂਸ ਤੋਂ ਕਰੋ ਵੀ ਇਹ ਕੋਈ ਤਰੀਕਾ ਨਹੀਂ ਹੈਗਾ ਵੀ ਆਨਲਾਈਨ ਸਾਨੂੰ ਜਿਹੜੀ ਤੁਸੀਂ ਈਮੇਲ ਕਰਦੇ ਆ ਵੀ ਸਾਡਾ ਜਿਹੜਾ ਕੰਮ ਹੈ ਜੀ ਤੁਹਾਨੂੰ ਲਾਇਸੈਂਸ ਤੁਹਾਡੀ ਕੀਤੀ ਜਾਂਦੀ ਆ। ਤੇ ਜਿਹੜੀ ਗੱਲ ਹੈ ਜੀ ਹੁਣ ਅੱਗੇ ਜਾ ਰਹੀ ਆ ਇਹਦੀ ਸ਼ਿਕਾਇਤ ਦਰਜ ਕੀਤੀ ਗਈ ਹੈ ਜਿਹੜੀ CISL ਵੱਲੋਂ ਦੱਸਿਆ ਗਿਆ ਵੀ ਜਿਹੜੀ GKN ਕੰਪਨੀ ਆ ਇਹਨਾਂ ਜਿਹੜਾ ਡਿਸੀਜਨ ਆਪਾਂ ਲਿਆ ਆ ਇਹ ਡਿਸੀਜਨ ਜਿਹੜੇ ਸਹੀ ਨਹੀਂ ਲਿਆ ਇਹਨਾਂ ਨੇ ਰਿਸਪੈਕਟ ਨਹੀਂ ਲੋਕਾਂ ਦੀ ਕੀਤੀ ਹੈਗੀ ਤੇ ਨਾ ਹੀ ਸਾਡੇ ਦੇਸ਼ ਦੀ ਰਿਸਪੈਕਟ ਇਹਨਾਂ ਨੇ ਕੀਤੀ ਹੈ ਲੇਜੇ ਫੋਲੋ ਨਹੀਂ ਕੀਤੇ ਹੈਗੇ ਵੀ ਇੱਦਾਂ ਨਹੀਂ ਕਰ ਸਕਦੇ ਇੱਕ ਦਿਨ ਦੇ ਵਿੱਚ ਈਮੇਲ ਕਰਕੇ ਲਾਇਸੈਂਸ ਸਭ ਦੀ ਕਰ ਦੇਣ। ਤੇ ਇਸ ਤੋਂ ਇਲਾਵਾ ਨਰਦੇਲਾ ਜਿਹੜੇ ਆ ਜੀ ਉਹਨਾਂ ਵੱਲੋਂ ਦੱਸਿਆ ਗਿਆ ਆ ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਕੰਮ ਹੈ ਬਿਲਕੁਲ ਸਹੀ ਨਹੀਂ ਹੈਗਾ। ਇੱਦਾਂ ਨਹੀਂ ਹੋ ਸਕਦਾ ਵੀ ਕੋਈ ਕੰਪਨੀ ਜਿਹੜੀ ਹੈ ਜੀ ਇੱਕ ਦਿਨ ਦੇ ਵਿੱਚ ਆਪਣੇ ਵਰਕਰ ਜਿਹੜੇ ਆ ਇੱਕ ਦਿਨ ਕੰਮ ਕੀਤਾ ਦੂਜੇ ਦਿਨ ਕਹਿ ਦੇਣ ਵੀ ਤੁਸੀਂ ਆਪਣੇ ਘਰ ਜਾ ਕੇ ਬੈਠੋ ਕਿਉਂਕਿ ਇਹ ਪੂਰੀ ਕੰਟਰੀ ਦਾ ਸਵਾਲ ਹੈ ਪੂਰੀ ਰਿਸਪੈਕਟ ਦੀ ਸਵਾਲ ਹੈ ਤੇ ਪੂਰੇ ਜਿਹੜੇ ਲੇਜੇ ਆ ਇੱਕ ਦਿਨ ਦੇ ਵਿੱਚ ਤੁਸੀਂ ਕੰਮ 'ਚ ਬੰਦਾ ਕਰੇ ਨਹੀਂ ਲਾਇਸੈਂਸ ਤੋਂ ਕਰ ਸਕਦੇ। ਤੇ ਇਸ ਤੋਂ ਇਲਾਵਾ ਪਹਿਲਾਂ ਵੀ ਜਿਹੜੀ ਕਈ ਕੰਪਨੀਆਂ ਦੇ ਕੰਮ ਕਰ ਰਹੀਆਂ ਹੁਣ ਜਿਹੜੇ ਇਹ ਕਹਿ ਰਹੇ ਆ ਵੀ ਇਸ ਚੀਜ਼ ਨੂੰ ਰੋਕਿਆ ਜਾਵੇ ਮੇਰੀ ਲਾਇਸੈਂਸ ਤੋਂ ਜਿਹੜੀ ਇੱਦਾਂ ਨਹੀਂ ਕਰ ਸਕਦੀ ਆਨਲਾਈਨ ਕੰਪਨੀਆਂ ਕਰ ਰਹੀਆਂ ਇਹ ਤਾਂ ਕਰ ਰਹੀਆਂ ਕਿਉਂਕਿ ਲੋਕ ਜਿਹੜੇ ਆ ਜੀ ਕੋਈ ਖੱਪ ਖਾਨਾ ਨਾ ਪਵੇ ਤੇ ਲੋਕਾਂ ਨੂੰ ਸਿੱਧਾ ਜਿਹੜੇ ਲਾਇਸੈਂਸ ਤੋਂ ਬਿਨਾਂ ਦੱਸੇ ਜਿਹੜਾ ਕਰ ਦਿੱਤਾ ਜਾਵੇ ਕਿਉਂਕਿ ਕੋਈ ਪ੍ਰੋਟੈਸਟ ਨਾ ਕੀਤੇ ਜਾਣ। ਸੋ ਇਹ ਜਿਹੜੀ ਅੱਜ 422 ਲੋਕਾਂ ਨੇ ਜਿਹੜੀ ਅੱਜ ਲਾਇਸੈਂਸ ਤੋਂ ਕੀਤੀ ਆ। ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਅਗਲੀ ਅਪਡੇਟ ਦੇ ਵੱਲ। ਅਗਲੀ ਅਪਡੇਟ ਆਪਣੀ ਆ ਰਹੀ ਹੈ ਕਿ ਜਿਹੜੀ ਸਟਰਾਦਾ ਆਪਣਾ ਨੂੰ ਜਿਹੜਾ ਪੈਂਦਾ ਆ ਉਹਦੇ ਉੱਤੇ ਜਿਹੜਾ ਆ ਜੀ ਬਹੁਤ ਜਿਹੜਾ ਜਾਮ ਲੱਗਾ ਆ ਕਾਫੀ ਕਿਲੋਮੀਟਰ ਦੀਆਂ ਲਾਈਨਾਂ ਲੱਗੀਆਂ ਫਿਰੇਂਸੇ ਤੇ ਬਲੋਨੀਆ ਦੇ ਵਿਚਕਾਰ। ਤੇ ਜਿਹੜਾ ਵੀ ਇਹ ਜਾਮ ਲੱਗਾ ਸੀਗਾ ਜਾਮ ਇਸ ਕਰਕੇ ਲੱਗਾ ਕਿਉਂਕਿ ਕਾਫੀ ਜਿਹੜੇ ਅੰਦਰ ਕੰਮ ਚੱਲ ਰਿਹਾ ਸੀ ਸੜਕਾਂ ਦੇ ਉੱਤੇ ਤੇ ਰਾਤ ਨੂੰ ਜਿਹੜਾ ਕੰਮ ਉਹਨਾਂ ਨੇ ਕੀਤਾ ਆ ਸੋ ਇਸ ਕਰਕੇ ਰਾਤ ਦੇ ਕੰਮ ਦੇ ਕਾਰਨ ਜਿਹੜਾ ਕਾਫੀ ਜਿਹੜਾ ਟ੍ਰੈਫਿਕ ਸੀਗਾ ਉਹਨੂੰ ਜਿਹੜਾ ਰੁਕਣਾ ਪਿਆ। ਤੇ ਅੱਜ ਸਵੇਰੇ ਜਦੋਂ ਇਹ ਟ੍ਰੈਫਿਕ ਜਿਹੜਾ ਆ ਜੀ ਖੁੱਲਿਆ ਆ ਤੇ ਉਸ ਵਕਤ ਕਾਫੀ ਜ਼ਿਆਦਾ ਟ੍ਰੈਫਿਕ ਜਿਹੜਾ ਸੀਗਾ ਜਿਹੜੀ ਪਰਾਤੋ ਜਿਹੜਾ ਏਰੀਆ ਪੈਂਦਾ ਆ ਉਹਦੇ ਅੰਦਰ ਜਿਹੜਾ ਐਂਟਰੀ ਕਰ ਗਿਆ ਯਾਨੀ ਕਿ ਜਿਹੜੀ ਕਜ਼ੈਲੋ ਪੈਂਦੀ ਆ ਪਰਾਤੋ ਦੀ ਜਿਹੜੀ ਕਿ ਵਿਆਲੇ ਲਿਓਨਾਰਡੋ ਦਾ ਵਿੰਚੀ ਪੈਂਦਾ ਆ ਉਸ ਕਜ਼ੈਲੋ ਦੇ ਉੱਤੇ ਤੇ ਜਿਹਦੇ ਕਰਕੇ ਵੀਰੋ ਕਾਫੀ ਲੋਕਾਂ ਨੂੰ ਜਿਹੜਾ ਘਰ ਜਾਣ ਦੇ ਵਿੱਚ ਪ੍ਰੋਬਲਮ ਆਈ ਹੈ ਤੇ ਕਾਫੀ ਲੋਕ ਜਿਹੜੇ ਲੇਟ ਹੋਏ ਆ। ਇਸ ਤੋਂ ਬਾਅਦ ਗੱਲ ਕਰੀਏ ਵੀਰੋ ਅਗਲੀ ਅਪਡੇਟ ਦੀ। ਅਗਲੀ ਅਪਡੇਟ ਆਪਣੀ ਆ ਰਹੀ ਹੈਗੀ ਜੀ ਗਰੋਸੈਟੋ ਤੋਂ ਜਿੱਥੇ ਕਿ ਇੱਕ ਕਾਫੀ ਜ਼ਿਆਦਾ ਜਿਹੜੀ ਆ ਲੋਕਾਂ ਦੇ ਵਿੱਚ ਆਪਸ ਕਹਿ ਸਕਦੇ ਆਪਾਂ ਬੇਵਕੂਫੀ ਜਿਹੜੀ ਕੀਤੀ ਗਈ ਇੱਕ ਬੰਦੇ ਦੇ ਵੱਲੋਂ। ਬੇਸਿਕਲੀ ਇੱਕ ਜਿਹੜੀ ਇਹ ਘਟਨਾ ਵਾਪਰੀ ਹੈ ਜੀ ਇੱਕ ਔਰਤ ਦੇ ਨਾਲ ਵਾਪਰੀ ਆ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਦੀ ਸੀਗੀ ਤੇ ਇਹ ਰੈਜ਼ੀਡੈਂਟ ਸੀਗੇ ਆਪਣੇ ਬੂਨ ਕਨਵੈਂਟੋ ਦੇ ਜਿਹੜੀ ਕਿ ਸਿਏਨਾ ਦੇ ਵਿੱਚ ਇਲਾਕਾ ਪੈਂਦਾ ਆ। ਤੇ ਇਹਨਾਂ ਦੇ ਵਿੱਚ ਜਦੋਂ ਇਹ ਦੁਪਹਿਰ ਨੂੰ ਜਿਹੜੀ ਆਪਣੀ ਜਾ ਰਹੇ ਸੀਗੇ ਕਿਸੇ ਸਾਈਡ ਦੇ ਉੱਤੇ ਤੇ ਇਹਨਾਂ ਨਾਲ ਇੱਕ ਜਿਹੜਾ ਕਾਫੀ ਖਤਰਨਾਕ ਜਿਹੜਾ ਹਾਦਸਾ ਵਾਪਰਿਆ। ਹਾਦਸਾ ਕੀ ਵਾਪਰਿਆ? ਹਾਦਸਾ ਇਦਾਂ ਹੋਇਆ ਵੀ ਜਿਹੜਾ ਇੱਕ 34 ਸਾਲ ਦਾ ਬੰਦਾ ਸੀਗਾ ਜਿਹਦਾ ਓਰੀਜਨ ਸੀਗਾ ਆਪਣਾ ਬੁਰਕੀਨਾ ਫਾਜ਼ੋ ਦਾ ਉਹਦਾ ਓਰੀਜਨ ਸੀਗਾ ਤੇ ਜਿਸ ਬਿਲਡਿੰਗ ਦੇ ਵਿੱਚ ਇਹ ਰਹਿੰਦੀ ਸੀਗੀ ਔਰਤ ਉਹਨਾਂ ਦੀ ਬਿਲਡਿੰਗ ਵਿੱਚ ਜਿਹੜਾ ਉਹ ਬੰਦਾ ਰਹਿੰਦਾ ਸੀਗਾ। ਤੇ ਜਦੋਂ ਇਹ ਆਪਣੀ ਜਿਹੜੀ ਔਰਤ ਸੀਗੀ ਜੀ ਆਪਣੀ ਇੱਕ ਪੋਤੇ ਜਿਹੜਾ ਸੀਗਾ ਨਾਲ ਉਹਦਾ ਪੋਤਾ ਸੀਗਾ ਜਿਹਦੇ ਨਾਲ ਇਹ ਜਾ ਰਹੇ ਸੀਗੇ ਤੇ ਜਿਹੜਾ ਬੰਦਾ ਹੈ ਜੀ ਆਪਣੇ ਹੱਥ ਦੇ ਵਿੱਚ ਥੋੜੀ ਲੈ ਕੇ ਆਇਆ ਤੇ ਇਹਨੇ ਉਹਨਾਂ ਦੇ ਸਿਰ ਤੇ ਜਿਹੜੇ ਆ ਥੋੜੀ ਮਾਰੀ ਆ ਤੇ ਜਿਹਦੇ ਨਾਲ ਸੱਟ ਲੱਗਣ ਦੇ ਕਾਰਨ ਜਿਹੜੇ ਔਰਤ ਸੀਗੇ ਜੀ ਉਹ ਜਿਹੜੇ ਉੱਥੇ ਕਾਫੀ ਉਹਨਾਂ ਨੂੰ ਜਿਹੜੀ ਸੱਟ ਜ਼ਿਆਦਾ ਲੱਗੀ ਹੈ
ਤੇ ਉੱਥੇ ਰੌਲਾ ਪੈ ਗਿਆ ਵੀ ਜਿਹੜਾ ਕੰਮ ਹੋਇਆ ਆ, ਜਿਹੜੇ ਉਸ ਦੇ ਆਲੇ ਦੁਆਲੇ ਜਿਹੜੇ ਪਾਸਾਂਤੀ ਸੀ, ਜਿਹੜੇ ਲੰਘ ਰਹੇ ਸੀਗੇ ਲੋਕ, ਉਹਨਾਂ ਨੇ ਜਿਹੜੇ ਉਸ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਜਿਹਨੇ ਇਹ ਕੰਮ ਕੀਤਾ ਆ, ਤੇ ਉਹਨਾਂ ਨੇ ਕਾਫੀ ਉੱਥੇ ਘੇਰਿਆ ਰੱਖਿਆ। ਉੱਥੇ ਉਸ ਵਕਤ ਐਂਬੂਲੈਂਸ ਬੁਲਾਈ ਗਈ ਔਰ ਜਿਹੜੇ ਸੀਗੇ ਨੂੰ ਉੱਥੇ ਆਪਣੇ ਟਰਾਂਸਪੋਰਟ ਕੀਤਾ ਗਿਆ ਆਪਣੇ ਹਸਪੀਟਲ ਦੇ ਵਿੱਚ, ਜਿੱਥੇ ਜਾ ਕੇ ਉਹਨਾਂ ਦਾ ਆਪਰੇਸ਼ਨ ਹੋਇਆ। ਤੇ ਉਸ ਤੋਂ ਇਲਾਵਾ ਜਿਹੜੇ ਬੰਦੇ ਸੀਗੇ ਉਹਨੂੰ ਬਾਕੀਆਂ ਨੇ ਉਹਨੂੰ ਫੜ ਕੇ ਰੱਖਿਆ, ਉਸ 34 ਸਾਲ ਵਾਲੇ ਬੰਦੇ ਨੂੰ। ਤੇ ਜਦੋਂ ਪੁਲਿਸ ਆਈ ਹੈ ਤੇ ਪੁਲਿਸ ਨੇ ਫਿਰ ਉਹਨੂੰ ਅਰੈਸਟ ਕਰ ਲਿਆ। ਤੇ ਜਿਸ ਬੰਦੇ ਨੇ ਇਹਨੂੰ ਰੋਕਿਆ ਆ ਉਹ ਇੱਕ ਬਾਹਰਲੇ ਬੰਦਾ ਸੀਗਾ, ਉਹ ਵੀ ਸਟਰਾਨੀਰੀਅਸ ਸੀਗਾ ਜਿਹਨੇ ਰੋਕਿਆ ਆ। ਤੇ ਥੋੜੀ ਬੰਦੇ ਨੇ ਆਪਣੇ ਹੱਥੋਂ ਛੱਡੀ ਨਹੀਂ, ਥੋੜੀ ਜਿਹੜੀ ਸੀਗੀ ਲਗਾਤਾਰ ਆਪਣੇ ਹੱਥ ਦੇ ਵਿੱਚ ਫੜੀ ਰੱਖੀ ਇਸਨੇ। ਸੋ ਇਹ ਜਿਹੜੀ ਘਟਨਾ ਵਾਪਰੀ ਹੈਗੀ ਆ ਜੀ ਆਪਣੇ ਫੋਲੋਨੀਕਾ ਦੇ ਵਿੱਚ, ਗਰੋਸੈਤੋ 'ਚ। ਅਗਲੀ ਅਪਡੇਟ ਦੀ ਗੱਲ ਕਰੀਏ ਆਪਾਂ ਕਾਲਚੋ ਦੀ। ਜਿੱਦਾਂ ਕਿ ਤੁਹਾਨੂੰ ਪਤਾ ਵੀ 11 ਤਰੀਕ ਨੂੰ ਜਿਹੜਾ ਜੀ ਮੈਚ ਲੱਗਣਾ ਹੁਣ ਇੰਗਲੈਂਡ ਤੇ ਇਟਲੀ ਦਾ। ਤੇ ਇੰਗਲੈਂਡ ਵੱਲੋਂ ਇੱਕ ਜਿਹੜੀ ਨਿਊਜ਼ ਆ ਰਹੀ ਆ ਵੀ ਉੱਥੇ ਜਿਹੜੇ ਲੋਕ ਆ ਜੀ ਉਹ ਜਿਹੜੇ ਆ ਬਹੁਤ ਪੱਕੇ ਤਰੀਕੇ ਨਾਲ ਆਪਣਾ ਜਿਹੜਾ ਮੰਨ ਰਹੇ ਆ ਵੀ ਅਸੀਂ ਜਿੱਤਣਾ ਆ। ਤੇ ਇਟਲੀ ਵੱਲੋਂ ਰਿਪਲਾਈ ਇਹ ਆ ਰਿਹਾ ਵੀ ਸਿਰਫ ਇੰਗਲੈਂਡ ਤਾਂ ਇੱਕ ਵਾਰ ਜਿੱਤੇ ਆ ਤੇ ਇਹਨੇ ਵਿਸ਼ਵਾਸ ਨਾਲ ਕਿੱਦਾਂ ਕਹਿ ਸਕਦੇ ਆ ਵੀ ਅਸੀਂ ਜਿੱਤਣਗੇ। ਸੋ ਜਿਹੜਾ ਮੁਕਾਬਲਾ ਇਹ ਦੇਖਣ ਵਾਲਾ ਹੋਣਾ ਹੁਣ ਬਈ ਕੰਟਰੀ ਜਿਹੜੀ ਵੀ ਜਿੱਤਦੀ ਆ ਰਿਸਪੈਕਟ ਸਾਰਿਆਂ ਦੀ ਕਰਨੀ ਚਾਹੀਦੀ ਹੈ। ਜੇ ਇਟਲੀ ਜਿੱਤਦਾ ਤਾਂ ਇਟਲੀ ਦੀ ਰਿਸਪੈਕਟ, ਤੇ ਇੰਗਲੈਂਡ ਜਿੱਤਦਾ ਤਾਂ ਇੰਗਲੈਂਡ ਦੀ ਰਿਸਪੈਕਟ। ਤੇ ਬਾਕੀ ਸਿਰਫ ਇੱਕ ਮੈਚ ਹੁੰਦੇ ਆ ਤੇ ਇਸ ਨੂੰ ਚੀਜ਼ਾਂ ਨੂੰ ਬਹੁਤ ਸੀਰੀਅਸ ਲੈਣ ਦੀ ਲੋੜ ਨਹੀਂ ਹੈਗੀ। ਇਸ ਤੋਂ ਬਾਅਦ ਗੱਲ ਕਰੀਏ ਜੀ ਅਗਲੀ ਅਪਡੇਟ ਦੀ। ਅਗਲੀ ਅਪਡੇਟ ਆਪਣੀ ਹੈਗੀ ਆ ਜੀ ਮਾਲਟਾ ਕੰਟਰੀ ਜਿਹੜੀ ਆ ਮਾਲਟਾ। ਇਟਲੀ ਵਿੱਚ ਆਪਾਂ ਇਹਨੂੰ ਮਾਲਤਾ ਕਹਾਂਗੇ, ਪੰਜਾਬੀ 'ਚ ਜਾਂ ਇੰਗਲਿਸ਼ ਵਿੱਚ ਆਪਾਂ ਇਹਨੂੰ ਮਾਲਟਾ ਕਹਾਂਗੇ, ਕੋਈ ਟੀ ਨੂੰ ਜਿਹੜਾ ਟਾ ਬੋਲਦੇ ਆ। ਇਹ ਜਿਹੜੇ ਮਾਲਟਾ ਜਿਹੜੀ ਕੰਟਰੀ ਆ ਜੀ, ਇਹਨੇ ਆਪਣੇ ਜਿਹੜੇ ਫਰੰਟੀਅਰ ਜਿਹੜੇ ਆ ਆਪਣੇ ਜਿਹੜੇ ਬਾਰਡਰਸ ਆ ਜਿਹੜੇ ਕਲੋਜ਼ ਕਰ ਦਿੱਤੇ ਆ, ਜਿਨ੍ਹਾਂ ਲੋਕਾਂ ਦੇ ਵੈਕਸੀਨ ਨਹੀਂ ਲੱਗੇ ਹੈਗੇ ਉਹਨਾਂ ਵਾਸਤੇ। ਯਾਨੀ ਕਿ ਜਿਹਨਾਂ ਲੋਕਾਂ ਦੇ ਵੀਰੋ ਡਬਲ ਡੋਜ਼ ਜਿਹੜੀ ਨਹੀਂ ਲੱਗੀ ਹੈਗੀ ਤੇ ਡਬਲ ਡੋਜ਼ ਲਗਾ ਕੇ ਉਹਨੂੰ 14 ਦਿਨ ਜਿਹੜੇ ਨਹੀਂ ਪਾਰ ਹੋਏ ਹੈਗੇ, ਉਹ ਜਿਹੜੇ ਬੰਦੇ ਆ ਹੁਣ ਮਾਲਟਾ ਦੇ ਵਿੱਚ ਆਪਣੀ ਐਂਟਰੀ ਜਿਹੜੀ ਨਹੀਂ ਲੈ ਸਕਦੇ ਹੈਗੇ। ਜਿਹੜੇ ਉੱਥੇ ਦੇ ਮਿਨਿਸਟਰ ਆ, ਹੈਲਥ ਮਿਨਿਸਟਰ ਆ ਕ੍ਰਿਸ ਫੈਰਾਨ, ਉਹਨਾਂ ਵੱਲੋਂ ਜਿਹੜੀ ਆ ਦੱਸੀ ਗਈ ਆ। ਕਿਉਂਕਿ ਮਾਲਟਾ ਦੇ ਵਿੱਚ ਲਗਾਤਾਰ ਵੀਰੋ 5 ਦਿਨ ਹੋ ਚੁੱਕੇ ਆ ਵੀ ਜਿਹੜੇ ਕੇਸ ਹੈ ਜੀ ਵਧਣੇ ਸ਼ੁਰੂ ਹੋ ਚੁੱਕੇ ਆ, ਜਿਹਦੇ ਕਰਕੇ ਪ੍ਰੋਬਲਮ ਜਿਹੜੀ ਉੱਥੇ ਦੀ ਆ ਰਹੀ ਆ। ਤੇ ਜਿਹੜੇ ਇਹ ਫਰੰਟੀਅਰ ਜਿਹੜੇ ਆ ਜੀ 14 ਜੁਲਾਈ ਤੋਂ ਜਿਹੜੇ ਇਹ ਮੈਰੀਕੁਲੇਜੀ ਤੋਂ ਬੰਦ ਜਿਹੜੇ ਆ ਕਰ ਦਿੱਤੇ ਜਾਣੇ ਆ ਸਾਰੇ ਬਾਰਡਰ। ਇਸ ਤੋਂ ਬਾਅਦ ਗੱਲ ਕਰੀਏ ਜੀ ਅਗਲੀ ਅਪਡੇਟ ਦੀ, ਟੋਕੀਓ ਦੀ ਗੱਲ ਕਰੀਏ। ਟੋਕੀਓ ਵਿੱਚ ਜਿਹੜੇ ਓਲੰਪਿਕਸ ਜਿਹੜੇ ਆ ਉਹਨਾਂ ਨੇ ਕਿਹਾ ਵੀ ਓਲੰਪਿਕ ਅਸੀਂ ਜਿਹੜੀਆਂ ਗੇਮਾਂ ਕਰਾਉਣੀਆਂ ਇਹ ਵਾਲੀਆਂ, ਪਰ ਜਿਹੜੇ ਓਲੰਪਿਕਸ ਹੋਣਗੇ ਜਿਹਦੇ ਵਿੱਚ ਪਬਲਿਕ ਜਿਹੜੀ ਨਹੀਂ ਐਂਟਰੀ ਹੋਊਗੀ, ਸਿਰਫ ਜਿਹੜੇ ਆ ਪਲੇਅਰਸ ਹੀ ਖੇਲਣਗੇ। ਤੇ ਇਸ ਤੋਂ ਇਲਾਵਾ ਗੱਲ ਕਰੀਏ ਜਿਹੜੀ ਫਾਈਜ਼ਰ ਕੰਪਨੀ ਆ, ਫਾਈਜ਼ਰ ਜਿਹੜੀ ਆ ਜੀ ਆਪਣੇ ਆਪ ਨੂੰ ਹੁਣ ਪ੍ਰਪੇਅਰ ਕਰ ਰਹੀ ਆ ਵੀ ਜਿਹੜੀ ਤੀਜੀ ਡੋਜ਼ ਆ ਫਾਈਜ਼ਰ ਜਿਹੜੀ ਆ ਉਹ ਵੀ ਜਿਹੜੀ ਆ ਹੁਣ ਲਗਾ ਸਕੇ। ਤੇ ਜਿਹੜੀ ਤੀਜੀ ਡੋਜ਼ ਜਿਹੜੀ ਆ ਜੀ ਇਹ ਤਕਰੀਬਨ 6 ਮਹੀਨੇ ਤੋਂ ਲੈ ਕੇ 12 ਮਹੀਨਿਆਂ ਬਾਅਦ ਜਿਹੜੀ ਆ ਲੱਗਣੀ ਆ ਸੈਕਿੰਡ ਡੋਜ਼ ਤੋਂ। ਤੇ ਜਿਹੜੀ ਫਾਈਜ਼ਰ ਜਿਹੜੀ ਹੈ ਜੀ ਇਸ ਵਕਤ ਜਿਹੜਾ ਇਹ ਵੈਕਸੀਨ ਹੈ ਸਭ ਤੋਂ ਜ਼ਿਆਦਾ ਇਹਨੂੰ ਕਾਮਯਾਬ ਮੰਨਿਆ ਜਾ ਰਿਹਾ ਹੈ ਡੈਲਟਾ ਵੇਰੀਐਂਟ ਦੇ ਉੱਤੇ। ਇਹ ਜਿਹੜਾ ਹੈ ਕਾਫੀ ਸਪੀਡ ਦੇ ਨਾਲ ਤੇ ਕਾਫੀ ਵਧੀਆ ਤਰੀਕੇ ਦੇ ਨਾਲ ਆਪਣਾ ਕੰਮ ਜਿਹੜਾ ਕਰ ਰਿਹਾ ਆ। ਇਸ ਤੋਂ ਬਾਅਦ ਗੱਲ ਕਰੀਏ ਸਪੇਨ ਦੀ। ਸਪੇਨ ਦੀ ਜਿਹੜੀ ਹੈ ਜੀ ਇੱਕ ਨਵੀਂ ਜਿਹੜੀ ਅਪਡੇਟ ਦਿੱਤੀ ਹੈ ਇੰਡੀਆ ਨੂੰ ਲੈ ਕੇ। ਅਪਡੇਟ ਵੀਰੋ ਇਹ ਹੈ ਵੀ ਜਿਹੜਾ ਵੀ ਬੰਦਾ ਜਿਹੜਾ ਜੀ ਇੰਡੀਆ ਤੋਂ ਜਿਹੜਾ ਸਪੇਨ ਦੇ ਵਿੱਚ ਜਿਹੜਾ ਵਾਪਸ ਆਊਗਾ 24 ਜੁਲਾਈ ਤੋਂ ਪਹਿਲਾਂ ਜਾਂ 24 ਜੁਲਾਈ ਤੱਕ, ਉਹਨੂੰ ਜਿਹੜਾ ਕਿੱਥੇ ਆ ਕੇ ਜਿਹੜਾ ਕੁਆਰੰਟਾਈਨ ਹੋਣਾ ਜਿਹੜਾ ਪੈਣਾ ਆ 14 ਦਿਨਾਂ ਵਾਸਤੇ। ਤੇ ਜਿਹੜਾ ਕੁਆਰੰਟਾਈਨ ਜਿਹੜਾ ਜੀ ਇਹ ਓਬਲੀਗਾਟੋਰੀਓ ਆ ਜਿੰਨੇ ਵੀ ਬੰਦੇ ਇੰਡੀਆ ਤੋਂ ਸਪੇਨ ਦੇ ਵਿੱਚ ਐਂਟਰੀ ਕਰਨਗੇ। ਤੇ ਜਿਹੜਾ ਕੁਆਰੰਟਾਈਨ ਜਿਹੜਾ ਇਹਦਾ ਜੀ 10 ਦਿਨਾਂ ਵਾਸਤੇ ਆ, 14 ਦਿਨਾਂ ਵਾਸਤੇ ਨਹੀਂ ਹੈਗਾ, 10 ਦਿਨਾਂ ਵਾਸਤੇ। ਜੇਕਰ ਤੁਹਾਡਾ ਤੰਪੂਨੇ ਨੈਗੇਟਿਵ ਆਉਂਦਾ ਆ ਤੇ ਫਿਰ ਤੁਹਾਡਾ ਜਿਹੜਾ ਜੀ ਕੁਆਰੰਟਾਈਨ ਜਿਹੜੀ 7 ਦਿਨਾਂ ਵਾਸਤੇ ਜਿਹੜੀ ਕਰ ਦਿੱਤੀ ਜਾਂਦੀ ਆ। ਤੇ ਇਸ ਤੋਂ ਇਲਾਵਾ ਗੱਲ ਕਰੀਏ ਅਗਲੀ ਅਪਡੇਟ ਦੀ, ਗੱਲ ਕਰੀਏ ਸਰਦੀਨੀਆ ਦੀ। ਸਰਦੀਨੀਆ ਵਿੱਚ ਜਿਹੜਾ ਜੀ ਨਵਾਂ ਫੋਕਲ ਆਈਓ ਬਣਿਆ ਆ। ਸਰਦੀਨੀਆ 'ਚ ਕਾਫੀ ਜ਼ਿਆਦਾ ਜਿਹੜੇ ਕੇਸ ਹੈ ਜੀ ਇੱਕ ਜਗ੍ਹਾ ਦੇ ਵਿੱਚ ਫਿਰ ਆਏ ਆ ਸਾਹਮਣੇ, ਕਿਉਂਕਿ ਉੱਥੇ ਇੱਕ ਜਿਹੜਾ ਜੀ ਕਾਫੀ ਵੱਡਾ ਫੈਸਲਾ ਕੀਤਾ ਗਿਆ। ਤੇ ਜਿਹੜੇ ਹੁਣ ਉੱਥੇ ਦੇ ਜਿਹੜੇ ਆ ਜੀ ਆਪਣੇ ਇੱਕ ਸਿੰਦਾਕੋ ਆ ਔਰ ਇਸ ਤਾਨੂੰ ਦੇ ਉਹਨਾਂ ਨੇ ਇੱਕ ਨਵਾਂ ਆਰਡੀਨੈਂਸ ਪਾਸ ਕੀਤਾ ਜਿਹਦੇ ਵਿੱਚ ਲਿਖਿਆ ਵੀ ਜਿਹੜੇ ਮਾਸਕ ਜਿਹੜੇ ਤੁਹਾਨੂੰ ਅਪੈਰਤੋ ਦੇ ਵਿੱਚ ਪਾਉਣੇ ਪੈਣੇ ਆ ਲੋਕਾਂ ਨੂੰ। ਸੋ ਇਸ ਕਰਕੇ ਹੁਣ ਜਿਹੜੇ ਮਾਸਕ ਹੈ ਦੁਬਾਰਾ ਫਿਰ ਅਪੈਰਤੋ ਦੇ ਵਿੱਚ ਇੱਥੇ ਸਰਦੀਨੀਆ 'ਚ ਪਾਉਣੇ ਪੈਣਗੇ। ਇਸ ਤੋਂ ਬਾਅਦ ਗੱਲ ਕਰੀਏ ਵੀਰੋ ਲੋਂਬਾਰਦੀਆ ਸਟੇਟ ਦੀ। ਲੋਂਬਾਰਦੀਆ ਜਿਹੜਾ ਜੀ ਫੋਕਲ ਆਈਓ ਦੁਬਾਰਾ ਬਣਿਆ ਆ। ਇਹ ਫੋਕਲ ਆਈਓ ਕਿਹਨਾਂ ਦਾ ਬਣਿਆ ਆ, ਕਈ ਜਿਹੜੇ ਮੁੰਡੇ ਸੀਗੇ ਜੀ ਜਿਹੜੇ ਕਿ ਆਪਣੇ ਵਕਾਂਸੇ ਜਿਹੜੀਆਂ ਮਨਾਉਣ ਗਏ ਸੀਗੇ ਪੂਲੀਆ ਦੇ ਵਿੱਚ, ਤੇ ਜਿਹੜੇ ਆ ਕੁੰਤਾਜੀ ਆ ਕਤੇਨਾ ਹੋਇਆ ਆ, ਮਤਲਬ ਕਿ ਚੈਨ ਬਣੀ ਹੈ ਕੁੰਤਾਜੀ ਦੀ। ਜਦੋਂ ਇਹ ਵਾਪਸ ਆਏ ਆਪਣੇ ਵਕਾਂਸੇ ਮਨਾ ਕੇ ਪੂਲੀਆ ਤੋਂ, ਤੇ ਇਹ ਜਿਹੜੇ ਆ ਪੋਜ਼ੀਟਿਵ ਪਾਈ ਗਏ ਆ ਡੈਲਟਾ ਵੇਰੀਐਂਟ ਦੇ ਨਾਲ। ਤੇ ਫਿਲਹਾਲ ਜਿਹੜੇ ਆ ਜੀ ਤਕਰੀਬਨ ਇਹ ਜਿਹੜੇ ਆ 30 ਜਿਹੜੇ ਬੰਦੇ ਆ ਪੋਜ਼ੀਟਿਵ ਪਾਏ ਗਏ ਆ, ਕਿਉਂਕਿ ਜਿਹੜੇ 30 ਜਿਹੜੇ ਬੰਦੇ ਜਿਹੜੇ ਆ ਜੀ ਇਹ ਸੇਮ ਇੱਕੋ ਜਗ੍ਹਾ 'ਤੇ ਗਏ ਸੀਗੇ ਤੇ ਉੱਥੋਂ ਜਿਹੜੇ ਵਾਪਸ ਆਏ ਆ ਉਹਨਾਂ 'ਚੋਂ ਇਹ 30 ਬੰਦੇ ਜਿਹੜੇ ਆ ਪਾਏ ਗਏ ਆ ਪੋਜ਼ੀਟਿਵ। ਤੇ 40 ਜਿਹੜੇ ਬੰਦੇ ਆ ਉਹਨਾਂ ਨੂੰ ਜਿਹੜਾ ਇਜ਼ੋਲਾਮੈਂਟੋ ਵਿੱਚ ਜਿਹੜੇ ਆ ਬੱਚਿਆਂ ਨੂੰ ਕੀਤਾ ਗਿਆ। ਤੇ ਜਿੰਨੇ ਵੀ ਇਹ ਮੁੰਡੇ ਕੁੜੀਆਂ ਹੈਗੇ ਆ ਸਾਰਿਆਂ ਦੀ ਉਮਰ 16 ਸਾਲ ਤੋਂ ਲੈ ਕੇ 19 ਸਾਲ ਦੇ ਵਿਚਕਾਰ ਜਿਹੜੀ ਆ ਆਉਂਦੀ ਆ। ਤੇ ਜਿਹੜੀ ਇੱਕ ਕੋਈ ਕੰਪਨੀ ਆਈ ਸਕੋਲਾ ਜ਼ੂ, ਉਹਨਾਂ ਵੱਲੋਂ ਜਿਹੜੀ ਇਹ ਵਿਆਜ ਜਿਹੜਾ ਸੀਗਾ ਆਰਗੇਨਾਈਜ਼ ਕੀਤਾ ਗਿਆ ਸੀਗਾ, ਪਰ ਡਿਸਟੈਂਸ ਤੇ ਮਾਸਕ ਦਾ ਕੋਈ ਵੀ ਫੋਲੋ ਉੱਥੇ ਨਹੀਂ ਕੀਤਾ ਗਿਆ। ਜਦੋਂ ਬੱਚੇ ਵਾਪਸ ਆ ਰਹੇ ਸੀਗੇ ਉਸ ਵਕਤ ਉਹਨਾਂ ਸਿੰਪਟਮ ਜਿਹੜੇ ਆਉਣੇ ਸਟਾਰਟ ਹੋ ਗਏ। ਇਸ ਤੋਂ ਬਾਅਦ ਗੱਲ ਕਰੀ ਵੀ ਇਟਲੀ ਜਿਹੜਾ ਆਰਟੀ ਲੈਵਲ ਹੈ ਜੀ ਇਹ ਜਿਹੜਾ ਦੁਬਾਰਾ ਤੋਂ ਵਧਣ ਲੱਗ ਗਿਆ ਆ। ਪਹਿਲਾਂ 0.63 ਸੀਗਾ ਇਹ ਪਿਛਲੇ ਹਫਤੇ, ਤੇ ਇਸ ਹਫਤੇ ਦਾ ਆਰਟੀ ਲੈਵਲ ਜਿਹੜਾ ਅੱਜ ਸਾਹਮਣੇ ਆਇਆ 0.66 ਆ, ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਟਲੀ ਵਾਸਤੇ ਪ੍ਰੋਬਲਮ ਕ੍ਰੀਏਟ ਕਰ ਸਕਦਾ ਆ।
ਤੇ ਇਸ ਤੋਂ ਬਾਅਦ ਗੱਲ ਕਰੀ ਵੀਰੋ ਕ੍ਰਿਸਾਂਤੀ ਜਿਹੜੇ ਕਿ ਇੱਥੇ ਦੇ ਇੱਕ ਵਾਇਰੋਲੋਜਿਸਟ ਆ, ਉਹਨਾਂ ਵੱਲੋਂ ਇੱਕ ਕਾਫੀ ਜਿਹੜਾ ਵੱਡਾ ਬਿਆਨ ਦਿੱਤਾ ਗਿਆ। ਉਹਨੇ ਕਿਹਾ ਵੀ ਜਿਹੜਾ ਵਾਇਰਸ ਜਿਹੜਾ ਹੈ ਜੀ ਇਹ ਜਿਹੜੀ ਮਿਊਟੇਸ਼ਨ ਜਿਹੜੀ ਆ ਇਹ ਵੈਕਸੀਨਾਂ ਤੋਂ ਜਿਹੜੀ ਆ ਸਪੀਡ ਇਹਦੀ ਜ਼ਿਆਦਾ ਆ ਮਿਊਟੇਸ਼ਨ ਕਰਨ ਦੀ। ਇਸ ਕਰਕੇ ਸਾਨੂੰ ਜਿਹੜੀ ਆ ਹਰ ਤਰੀਕੇ ਦੇ ਨਾਲ ਜਿਹੜੀ ਐਂਟਰੀ ਹੈ ਡੈਲਟਾ ਵੇਰੀਐਂਟ ਦੀ ਇਟਲੀ ਵਿੱਚੋਂ ਆਉਣ ਵਾਸਤੇ ਰੋਕਣੀ ਆ ਅਸੀਂ। ਵੀ ਇਟਲੀ ਵਿੱਚ ਜਿਹੜੇ ਬੰਦੇ ਆ ਜਿੱਥੇ ਡੈਲਟਾ ਵੇਰੀਐਂਟ ਹੈਗਾ ਉਸ ਕੰਟਰੀਆਂ ਦੇ ਬੰਦੇ ਇਟਲੀ ਵਿੱਚ ਐਂਟਰ ਜਿਹੜੇ ਨਹੀਂ ਕਰਨੇ ਚਾਹੀਦੇ। ਪਰ ਇਹਦੇ ਵਾਸਤੇ ਪ੍ਰੋਬਲਮ ਜਿਹੜੀ ਆਪਣੀ ਹੁਣ ਇੰਡੀਆ ਦੀ ਕ੍ਰੀਏਟ ਹੋ ਰਹੀ ਆ, ਕਿਉਂਕਿ ਇੰਡੀਆ 'ਚ ਜਿਹੜੇ ਆਪਣੇ ਬਹੁਤ ਵੀਰ ਜਿਹੜੇ ਆ ਫਸੇ ਹੋਏ ਆ ਅਤੇ ਸਰਕਾਰ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਲੈ ਰਹੀ ਉਹਨਾਂ ਵਾਸਤੇ। ਸਰਕਾਰ ਨੂੰ ਇਹ ਚਾਹੀਦਾ ਵੀ ਜਿਹੜੇ ਬੰਦਿਆਂ ਕੋਲ ਪ੍ਰੋਮੈਸੋ ਦੀ ਸਜੋਰ ਨੂੰ ਕਮ ਸੇ ਕਮ ਉਹਨਾਂ ਬੰਦਿਆਂ ਨੂੰ ਜਿਹੜੀ ਇੱਥੇ ਐਂਟਰੀ ਜਿਹੜੀ ਦੇ ਦਿੱਤੀ ਜਾਵੇ, ਕਿਉਂਕਿ ਰੈਜ਼ੀਡੈਂਸ ਹੈ ਇੱਥੇ ਦੇ ਹੋਊਗੀ। ਏਅਰਪੋਰਟ ਦੇ ਉੱਤੇ ਜਾ ਕੇ ਤੰਪੋਨੇ ਕੀਤਾ ਜਾਵੇ ਉਹਨਾਂ ਲੋਕਾਂ ਦਾ। ਜੇਕਰ ਤੰਪੋਨੇ ਨੈਗੇਟਿਵ ਆ ਅਤੇ ਜਿਹੜੀਆਂ ਕੋਵਿਡ ਫਰੀ ਜਿਹੜੀਆਂ ਫਲਾਈਟਸ ਚੱਲਦੀਆਂ ਉਸ ਫਲਾਈਟਸ ਦੇ ਵਿੱਚ ਜਿਹੜੀਆਂ ਸਪੈਸ਼ਲ ਫਲਾਈਟਸ ਕਰਕੇ ਜਿਹੜਾ ਬੰਦਾ ਆਪਣਾ ਇੰਡੀਆ ਤੋਂ ਜਿਹੜਾ ਵਾਪਸ ਆ ਸਕਦਾ ਹੈ। ਪਰ ਸਰਕਾਰ ਇਹਦੇ ਬਾਰੇ ਹਾਲੇ ਕੋਈ ਸਟੈਪ ਜਿਹੜੀ ਨਹੀਂ ਲੈਣਾ ਚਾਹੁੰਦੀ। ਅਤੇ ਇਸ ਤੋਂ ਬਾਅਦ ਗੱਲ ਕਰੀਏ ਸਿਡਨੀ ਦੀ। ਸਿਡਨੀ ਵਿੱਚ ਜਿਹੜਾ ਟੋਟਲ ਲੋਕਡਾਊਨ ਜਿਹੜਾ ਲਗਾ ਦਿੱਤਾ ਗਿਆ ਆ ਅਤੇ ਕੇਸ ਜਿਹੜੇ ਆ ਪਿੱਛੇ ਜੇ ਹੁਣ ਬਹੁਤ ਜ਼ਿਆਦਾ ਆਉਣ ਲੱਗ ਗਏ ਉੱਥੇ, ਅਤੇ ਲਗਾਤਾਰ ਤੀਜਾ ਹਫ਼ਤਾ ਹੋ ਚੁੱਕਿਆ ਸਿਡਨੀ 'ਚ ਲੋਕਡਾਊਨ ਲੱਗਾ ਹੋਇਆ ਹੈ। ਅਤੇ ਹੁਣ ਜਿਹੜਾ ਟੋਟਲ ਜਿਹੜਾ ਲੋਕਡਾਊਨ ਜਿਹੜਾ ਆ ਉਹ ਲੱਗ ਚੁੱਕਾ ਆ। ਟੋਟਲ ਲੋਕਡਾਊਨ ਦਾ ਮਤਲਬ ਇਹ ਹੈ ਵੀ ਜਿਹੜੇ ਆਪਣੇ ਸਿਡਨੀ ਤੋਂ 10 ਕਿਲੋਮੀਟਰ ਤੱਕ ਤੁਸੀਂ ਆਪਣੇ ਆਲੇ ਦੁਆਲੇ ਫਿਰ ਸਕਦੇ ਆ, ਉਸ ਤੋਂ 10 ਕਿਲੋਮੀਟਰ ਤੋਂ ਬਾਅਦ ਤੁਸੀਂ ਆਪਣੇ ਨਹੀਂ ਜਾ ਸਕਦੇ ਹੈਗੇ। ਇਸ ਤੋਂ ਬਾਅਦ ਗੱਲ ਕਰੀਏ ਵੀਰੋ ਅਗਲੀ ਅਪਡੇਟ ਦੀ। ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਵੈਕਸੀਨਾਂ ਦੀ ਜਿਹੜੀ ਡਿਮਾਂਡ ਕੀਤੀ ਗਈ ਸੀ ਤੀਜੀ ਡੋਜ਼ ਵੈਕਸੀਨ ਦੀ ਲਗਾਉਣੀ ਆ, ਇਹ ਫਾਈਜ਼ਰ ਕੰਪਨੀ ਨੇ ਜਿਹੜੀ ਆਪਣੀ ਉਹਨਾਂ ਨੂੰ ਕਿਹਾ ਸੀਗਾ ਵੀ ਅਸੀਂ ਤੀਜੀ ਡੋਜ਼ ਆਪਣੀ ਲਗਾਉਣੀ ਚਾਹੁੰਦੇ ਆ। ਪਰ ਅਮਰੀਕਾ ਨੇ ਸਿੱਧਾ ਇਨਕਾਰ ਕਰ ਦਿੱਤਾ। ਜਿਹੜੀ ਉੱਥੇ ਦੀ ਜਿਹੜੀ ਸੈਂਟਰਸ ਆਫ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਐਂਡ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੂੰ ਸਿੱਧੀ ਜਿਹੜੀ ਮਨਾ ਕਰ ਦਿੱਤਾ ਗਿਆ ਵੀ ਸਾਨੂੰ ਹਾਲੇ ਤੀਜੀ ਡੋਜ਼ ਦੀ ਲੋੜ ਨਹੀਂ ਗੀ। ਅਤੇ ਇਸ ਤੋਂ ਬਾਅਦ ਗੱਲ ਕਰੀਏ ਵੀਰੋ ਲੋਂਬਾਰਦੀਆਂ ਸਟੇਟ ਦੀ। ਲੋਂਬਾਰਦੀਆਂ ਸਟੇਟ ਦੇ ਵਿੱਚ ਜਿਹੜਾ ਇਹ ਡੈਲਟਾ ਵੇਰੀਐਂਟ ਹੈ ਜੀ, ਇਹਦੀ ਜਿਹੜੀ ਟੋਟਲ ਪਰਸੈਂਟੇਜ 45% ਜਿਹੜੀ ਹੋ ਚੁੱਕੀ ਹੈ। ਅਤੇ ਤੁਹਾਨੂੰ ਦੱਸਦੇ ਵੀਰੋ ਵੀ ਜਿਹੜੇ ਬੰਦੇ ਜਿਹੜੇ ਪੋਜ਼ੀਟਿਵ ਹੋ ਰਹੇ ਆ, ਇਹ ਉਹੀ ਬੰਦੇ ਪੋਜ਼ੀਟਿਵ ਹੋ ਰਹੇ ਜਿਹਨਾਂ ਦੇ ਵੈਕਸੀਨ ਨਹੀਂ ਲੱਗਾ ਹੈਗਾ। ਜਿਹਨਾਂ ਲੋਕਾਂ ਦੇ ਵੈਕਸੀਨ ਲੱਗਾ ਉਹਨਾਂ ਨੂੰ ਡੈਲਟਾ ਵੇਰੀਐਂਟ ਦੇ ਨਾਲ ਉਹ ਪੋਜ਼ੀਟਿਵ ਨਹੀਂ ਹੋ ਰਹੇ। ਜਿਹਨਾਂ ਲੋਕਾਂ ਦੇ ਵੈਕਸੀਨ ਨਹੀਂ ਲੱਗਾ ਉਹਨਾਂ ਨੂੰ ਜਿਹੜੀ ਪ੍ਰੋਬਲਮ ਜ਼ਿਆਦਾ ਆ ਰਹੀ ਆ। ਸੋ ਵੈਕਸੀਨ ਤੁਸੀਂ ਆਪਣੇ ਜ਼ਰੂਰ ਲਵਾਵੋ, ਅਤੇ ਵੈਕਸੀਨ ਤੋਂ ਇਲਾਵਾ ਤੁਸੀਂ ਜਿਹੜੀਆਂ ਸੇਫ ਨਹੀਂ ਗਏ। ਇਸ ਤੋਂ ਬਾਅਦ ਗੱਲ ਕਰੀਏ ਵੀਰੋ ਆਪਣੇ ਜਰਮਨ ਦੀ। ਜਰਮਨ ਜਿਹੜਾ ਹੈ ਜੀ, ਜਰਮਨ ਨੇ ਜਿਹੜੀ ਆ ਰੈੱਡ ਲਿਸਟ ਦੇ ਵਿੱਚ ਕੰਟਰੀ ਨੂੰ ਐਂਟਰ ਕੀਤਾ ਆ। ਸਪੇਨ ਜਿਹੜੀ ਕੰਟਰੀ ਹੈ ਇਹਨੂੰ ਰੈੱਡ ਲਿਸਟ ਦੇ ਵਿੱਚ ਸ਼ਾਮਲ ਕਰ ਲਿਆ ਆ, ਕਿਉਂਕਿ ਜਰਮਨ ਨਹੀਂ ਚਾਹੁੰਦਾ ਵੀ ਸਪੇਨ ਦੇ ਵਿੱਚ ਜਿਹੜੇ ਕੇਸ ਵੱਧ ਰਹੇ ਆ ਅਤੇ ਸਾਡੀ ਕੰਟਰੀ ਵਿੱਚ ਵੀ ਵਧਣ। ਅਤੇ ਸਪੇਨ ਦੇ ਨਾਲ ਪੁਰਤਗਾਲ ਵੀ ਜਿਹੜਾ ਆ ਜੀ ਰੈੱਡ ਲਿਸਟ ਦੇ ਵਿੱਚ ਐਂਟਰ ਕਰਤਾ ਆ। ਇਸ ਤੋਂ ਬਾਅਦ ਗੱਲ ਕਰੀਏ ਵੀਰੋ ਪੈਰਿਸ ਦੀ। ਪੈਰਿਸ ਦੇ ਜਿਹੜੇ ਸਿੰਦਾਕੋ ਆ ਜੀ, ਉਹਨਾਂ ਨੇ ਇੱਕ ਜਿਹੜਾ ਨਵਾਂ ਫੈਸਲਾ ਲਿਆ ਆ। ਆਨੇ ਜਿਹੜੇ ਸਿੰਦਾਕੋ ਉਹਨਾਂ ਦੇ ਆਨੇ ਹਿਦਾਲਗੋ, ਇਹਨਾਂ ਨੇ ਇੱਕ ਨਵਾਂ ਬਿਆਨ ਲਿਆ ਜਿਹੜੀ ਕਿ ਟਰਾਂਸਪੋਰਟ ਦੀ ਸਿਸਟਮ ਕਰਦੇ ਆ, ਸਾਰਾ ਟਰਾਂਸਪੋਰਟ ਵਾਸਤੇ ਇਹਨਾਂ ਨੇ ਬਿਆਨ ਲਿਆ। ਫੈਸਲਾ ਕੀ ਲਿਆ ਇਹਨਾਂ ਨੇ? ਇਹ ਲਿਆ ਆ ਬਈ 30 ਅਗਸਤ ਤੋਂ ਜਿਹੜੀ ਹੈ ਜੀ ਫਰਾਂਸ ਜਿਹੜੀ ਦਾ ਸ਼ਹਿਰ ਹੈ ਫਰਾਂਸ ਦਾ ਪੈਰਿਸ, ਇਹ ਜਿਹੜੀ ਸਪੀਡ ਲਿਮਿਟ ਹੈ ਜੀ ਉਹ 30 ਕਿਲੋਮੀਟਰ ਘੰਟੇ ਦੀ ਜਿਹੜੀ ਕਰ ਦਿੱਤੀ ਜਾਣੀ ਆ। ਫਿਲਹਾਲ ਹੁਣ ਪੈਰਿਸ ਦੇ ਵਿੱਚ ਤੁਸੀਂ ਜੇ ਗੱਡੀ ਡਰਾਈਵ ਕਰਦੇ ਹੋ ਤੁਸੀਂ 50 ਦੀ ਸਪੀਡ ਤੱਕ ਜਿਹੜੀ ਚਲਾ ਸਕਦੇ ਆ ਗੱਡੀ ਅੰਦਰ ਸ਼ਹਿਰ ਦੇ। ਹੁਣ ਜਿਹੜੀ ਇਹ ਸਪੀਡ ਹੈ 50 ਤੋਂ ਘਟਾ ਕੇ 30 ਕਿਲੋਮੀਟਰ ਤੱਕ ਜਿਹੜੀ ਕਰ ਦਿੱਤੀ ਜਾਣੀ ਹੈ ਘੰਟੇ ਦੀ। ਅਤੇ ਜਿੰਨੇ ਵੀ ਕੈਪੀਟਲ ਦੇ ਇਲਾਕੇ ਆਉਂਦੇ ਆ ਜੀ, ਸਾਰੇ ਇਲਾਕਿਆਂ ਵਿੱਚ ਜਿਹੜੀ ਇਹ ਸਪੀਡ ਹੈ ਘਟਾ ਦਿੱਤੀ ਜਾਣੀ ਆ। ਵੀ ਜਿੰਨੇ ਵੀ ਜਿਹੜੇ ਅੰਦਰਲੇ ਸ਼ਹਿਰ ਆ ਜੀ ਉਹਨੂੰ ਜਿਹੜੀ ਸਪੀਡ ਹੈ ਘਟਾ ਦਿੱਤੀ ਜਾਣੀ ਆ। ਇਸ ਤੋਂ ਇਲਾਵਾ ਜਿਹੜੇ ਪੈਰੀਫੇਰੀ ਜਿਹੜੇ ਹੁੰਦੇ ਆ, ਜਿਹੜੇ ਤੰਜੈਂਸੀ ਵਾਲੇ ਰੋਡਸ ਹੁੰਦੇ, ਉਹਨਾਂ ਦੀ ਸਪੀਡ ਥੋੜ੍ਹੀ ਜ਼ਿਆਦਾ ਹੋ ਸਕਦੀ ਆ। ਇਹ ਸਟੈਪ ਕਿਉਂ ਲਿਆ? ਇਹ ਸਟੈਪ ਇਸ ਕਰਕੇ ਲਿਆ ਕਿਉਂਕਿ ਫਰਾਂਸ ਦੇ ਵਿੱਚ ਜਿਹੜੇ ਆ ਕਾਫੀ ਹਾਦਸੇ ਹੁੰਦੇ ਆ। ਕਦੀ ਕੋਈ ਸਾਈਕਲ ਵਾਲਾ ਥੱਲੇ ਆ ਜਾਂਦਾ, ਕਦੀ ਕੋਈ ਬੱਚਾ ਥੱਲੇ ਆ ਜਾਂਦਾ। ਉਹਨੇ ਕਿਹਾ ਵੀ ਅਸੀਂ ਆਪਣੇ ਸਾਈਕਲ ਜਿਹੜੇ ਬੰਦੇ ਚਲਾਉਂਦੇ ਆ, ਜਿਹੜੇ ਬੱਚੇ ਆ, ਸਿਆਣੇ ਬੰਦੇ ਆ ਜਾਂ ਜਿਹੜੇ ਤੁਰਦੇ ਆ, ਉਹਨਾਂ ਦੀ ਸੇਫਟੀ ਵਾਸਤੇ ਸਾਨੂੰ ਇਸ ਸਟੈਪ ਜਿਹੜਾ ਲੈਣਾ ਪੈਣਾ ਆ। ਅਤੇ ਇਸ ਤੋਂ ਇਲਾਵਾ ਗੱਲ ਕਰੀਏ ਇੱਕ ਹੋਰ ਅਪਡੇਟ। ਉਸ ਤੋਂ ਪਹਿਲਾਂ ਸਾਡੀ ਸਵੇਰ ਵਾਲੀ ਵੀਡੀਓ ਜਿਹੜੀ ਤੁਸੀਂ ਦੇਖੀ ਨਹੀਂ ਗੀ ਅਤੇ ਜਾ ਕੇ ਚੈੱਕ ਕਰ ਲਈ, ਉਹਦੇ ਵਿੱਚ ਮਾਰਨਿੰਗ ਅਪਡੇਟਸ ਹੁੰਦੀਆਂ ਅਤੇ ਉਹ ਜਿਹੜੀਆਂ ਖਬਰਾਂ ਹੁੰਦੀਆਂ ਸਵੇਰ ਵਾਲੀਆਂ ਸਾਡੀਆਂ ਜਿਹੜੀਆਂ ਪੁਰਾਣੀਆਂ ਖਬਰਾਂ ਨਹੀਂ ਹੁੰਦੀਆਂ, ਉਹ ਸਾਡੀਆਂ ਨਵੀਆਂ ਹੁੰਦੀਆਂ। ਤੁਸੀਂ ਜਾ ਕੇ ਚੈੱਕ ਕਰਿਓ ਜਿਹੜੀ ਤੁਹਾਨੂੰ ਕੱਲ੍ਹ ਸਵੇਰ ਨੂੰ ਅਪਡੇਟ ਮਿਲਣੀ ਆ। ਹੁਣ ਉਹ ਜਿਹੜੀ ਖਬਰਾਂ ਹੋਣੀਆਂ ਤੁਸੀਂ ਇਹਦੇ ਵਿੱਚ ਨੋਟਿਸ ਕਰਿਓ ਵੀ ਇਸ ਤੋਂ ਜਿਹੜੀਆਂ ਡਿਫਰੈਂਟ ਹੋਣੀਆਂ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ ਵੀ ਤੁਹਾਨੂੰ ਜਿਹੜੀਆਂ ਅਪਡੇਟਸ ਲਗਾਤਾਰ ਜਿਹੜੀਆਂ ਦਿੱਤੀਆਂ ਜਾਣ, ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਲਗਾਤਾਰ ਮਿਲਦੀ ਰਹੇ। ਅਤੇ ਤੁਸੀਂ ਜਾ ਕੇ ਸਾਨੂੰ ਸਪੋਰਟ ਜ਼ਰੂਰ ਕਰਿਓ, ਚੈਨਲ ਸਬਸਕ੍ਰਾਈਬ ਸਾਡਾ ਸੈਕਿੰਡ ਜਿਹੜਾ ਐਮੀਚੀ ਟਾਈਮਸ ਜ਼ਰੂਰ ਕਰ ਲਿਓ ਉਹਨੂੰ। ਇਸ ਤੋਂ ਬਾਅਦ ਵੀਰੋ ਗੱਲ ਕਰੀਏ ਬੈਲਜੀਅਮ ਦੀ। ਬੈਲਜੀਅਮ ਜਿਹੜੀ ਉਸ ਦੀ ਪਾਰਲੀਮੈਂਟ ਹੈ ਉਹਦੇ ਵਿੱਚ ਇੱਕ ਨਵਾਂ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਲਗਾਈ ਗਈ ਆ, ਜਿਹੜਾ ਕਿ ਧਿਆਨ ਰੱਖਦਾ ਆ ਜਿੰਨੇ ਵੀ ਅੰਦਰ ਮੈਂਬਰ ਬੈਠੇ ਆ ਉਹਨਾਂ ਦੀ ਨਿਗਾਹ 'ਤੇ ਧਿਆਨ ਰੱਖਦਾ ਆ। ਅਤੇ ਇਹ ਜਿਹੜਾ ਇਸ ਕਰਕੇ ਲਗਾਏ ਗਏ ਕੈਮਰੇ, ਕਿਉਂਕਿ ਜਿਹੜੇ ਪੋਲੀਟਿਕਸ ਜਿਹੜੇ ਬੰਦੇ ਆ, ਜਦੋਂ ਇੱਕ ਬੰਦਾ ਭਾਸ਼ਣ ਦਿੰਦਾ ਹੈ ਅਤੇ ਬਾਕੀ ਜਿਹੜੇ ਬੰਦੇ ਹੁੰਦੇ ਆ ਜੀ ਆਪਣੇ ਫੋਨ ਜਿਹੜੇ ਆ ਫੋਨ ਚੈੱਕ ਕਰਦੇ ਰਹਿੰਦੇ ਬਾਰ-ਬਾਰ। ਅਤੇ ਉਹ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੇ ਕੈਮਰੇ ਆ ਉਹ ਬੰਦੇ ਦਾ ਧਿਆਨ ਦੇਖਦੇ ਆ ਵੀ ਬੰਦੇ ਦਾ ਧਿਆਨ ਕਿੰਨੇ ਦੇਰ ਤੱਕ ਫੋਨ 'ਤੇ ਰਿਹਾ ਆ, ਫੋਨ ਦੀ ਜਿਹੜੀ ਪਰਸੈਂਟੇਜ ਚਲਾਉਣ ਦੀ ਉਹਨਾਂ ਦੀ ਕਿੰਨੀ ਹੈ ਟੋਟਲ ਟਾਈਮ ਦੇ ਵਿੱਚ। ਅਤੇ ਇੱਕ ਨਵਾਂ ਐਕਸਪੈਰੀਮੈਂਟ ਉਹਨਾਂ ਨੇ ਕੀਤਾ ਆ। ਅਤੇ ਇਹ ਜਿਹੜਾ ਜੀ ਹੁਣ ਸੋਚ ਰਿਹਾ ਵੀ ਸਾਰੇ ਪਾਸੇ ਜਿਹੜਾ ਲਗਾ ਦਿੱਤਾ ਜਾਵੇ, ਕਿਉਂਕਿ ਇਹਦੇ ਨਾਲ ਜਿੰਨੇ ਵੀ ਪੋਲੀਟਿਕਸ ਵਾਲੇ ਬੰਦੇ ਆ ਉਹ ਜਿਹੜੇ ਫੜੇ ਜਾਂਦੇ ਆ ਵੀ ਕਿੰਨਾ ਟਾਈਮ ਇਹਨਾਂ ਨੇ ਫੋਨ ਚਲਾਇਆ ਆ ਸੁਣਨ ਦੀ ਬਜਾਏ। ਅਤੇ ਇਸ ਤੋਂ ਬਾਅਦ ਗੱਲ ਕਰੀਏ ਵੀਰੋ ਕੇਸਿਸ ਦੀ। 1,96,992 ਜਿਹੜਾ ਤੰਪੋਨੇ ਕੀਤਾ ਗਿਆ ਟੋਟਲ। 1,390 ਜਿਹੜਾ ਕੇਸ ਆ ਜੀ ਅੱਜ ਆਇਆ ਹੈ ਅਤੇ 25 ਬੰਦਿਆਂ ਦੀ ਮੌਤ ਹੋਈ ਹੈ। 1,434 ਬੰਦਾ ਅੱਜ ਠੀਕ ਹੋਇਆ, ਜਿਹਨਾਂ ਆਪਣੇ ਐਕਟਿਵ ਕੇਸ 41,396 ਆ। ਇਸ ਤੋਂ ਇਲਾਵਾ ਗੱਲ ਕਰੀਏ ਵੈਕਸੀਨੇਸ਼ਨ ਦੀ।
56 ਮਿਲੀਅਨ ਲੋਕਾਂ ਦੇ ਡਬਲ ਡੋਜ਼ ਇੱਕ ਡੋਜ਼ ਲੱਗ ਗਈ ਹੈ ਤੇ 22.4 ਮਿਲੀਅਨ ਲੋਕਾਂ ਦੇ ਡਬਲ ਡੋਜ਼ ਜਿਹੜੀ ਲੱਗ ਗਈ ਹੈ। ਲੋਂਬਾਰਦੀ 'ਚ 230 ਕੇਸ, ਵਿਨਤੋ ਵਿੱਚ 106 ਕੇਸ, ਕੰਪਾਨੀਆਂ 'ਚ 226, ਮਿਲੀਆ ਰੋਮਾਨੀਆ 'ਚ 99, ਪੀਮੋਂਤੇ 'ਚ 40, ਲਾਤਸੀਓ 'ਚ 135, ਪੂਲੀਆ 'ਚ 44, ਤੁਸਕਾਨਾ 'ਚ 80, ਸਿਚੀਲੀਆ 'ਚ 201, ਜੂਲੀਆ ਦੇ ਵਿੱਚ 17, ਮਾਰਕੇ 'ਚ 19, ਲਿਗੂਰੀਆ 'ਚ 17, ਬਰੂਸੋ 'ਚ 32, ਬੋਲਸਾਨੋ 'ਚ 12, ਕਲਾਬਰੀਆ 'ਚ 48, ਸਰਦੇਨੀਆ 'ਚ 51, ਉmbਰੀਆ 'ਚ 13, ਤਰੇਂਤੋ 'ਚ 3, ਬਾਜ਼ਲੀਗਾਤਾ 'ਚ 7, ਮੁਲੀਜ਼ੇ 'ਚ 10 ਤੇ ਵਾਲੇ ਦਾ ਔਸਤ 'ਚ ਇੱਕ ਜਿਹੜਾ ਕੇਸ ਸਾਹਮਣੇ ਆਇਆ। ਸੋ ਇਹ ਸੀਗਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀਆਂ ਆਪਣੀਆਂ ਕੁਝ ਖਾਸ ਖਬਰਾਂ। ਤੁਹਾਨੂੰ ਵੀਡੀਓ ਚੰਗੀ ਲੱਗੀ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਨਹੀਂ ਕੀਤਾ ਹਾਲੇ ਤੱਕ, ਤੇ ਨਾਲ ਜਿਹੜਾ ਬੈਲ ਆਈਕਨ ਹੁੰਦਾ ਉੱਤੇ ਕਲਿੱਕ ਜ਼ਰੂਰ ਕਰਕੇ ਆਲ ਦਾ ਬਟਨ ਦੱਬ ਲਿਆ ਕਰੋ, ਨਹੀਂ ਤਾਂ ਨੋਟੀਫਿਕੇਸ਼ਨ ਨਹੀਂ ਮਿਲਣੀ। ਤੇ ਬਾਕੀ ਮਿਲਦੇ ਹਾਂ ਤੁਹਾਨੂੰ ਆਪਾਂ ਹੁਣ ਕੱਲ੍ਹ ਦੀਆਂ ਖਬਰਾਂ ਦੇ ਵਿੱਚ। ਆਪਣੇ ਪਰਿਵਾਰ ਦਾ ਖਿਆਲ ਰੱਖਿਓ। ਵੀਡੀਓ ਦੇਖਣ ਵਾਸਤੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ।